हेलो स्टूडेंट्स, हाउ आर यू। ਅੱਜ ਅਸੀਂ ਕਰਨ ਜਾ ਰਹੇ ਹਾਂ ਇੰਗਲਿਸ਼ ਮੇਨ ਕੋਰਸ ਬੁੱਕ ਦਾ ਲਾਸਟ ਲੈਸਨ 7th ਦ ਡੈਥ ਆਫ ਅਭਿਮਨਿਊ ਦੀ ਮੌਤ। ਲੈਟਸ ਸਟਾਰਟ। ਦਿਸ ਲੈਸਨ ਗਿਵਸ ਅਸ ਅ ਗਲਿੰਪਸ ਆਫ ਦ ਗ੍ਰੇਟ ਮਹਾਭਾਰਤ ਵਾਰ। ਇਹ ਲੈਸਨ ਸਾਨੂੰ ਉਸ ਮਹਾਨ ਮਹਾਭਾਰਤ ਦੇ ਯੁੱਧ ਦੀ ਇੱਕ ਝਾਂਕੀ ਦਿਖਾਉਂਦਾ ਹੈ। ਇਟ ਕੰਟੇਨਸ ਐਨ ਅਕਾਊਂਟ ਆਫ ਵੀਰ ਅਭਿਮਨਿਊ's death and the way this death was avenged by ਅਰਜੁਨ। ਇਸ ਲੈਸਨ ਦੇ ਇੱਕ ਹਿੱਸੇ ਵਿੱਚ ਵੀਰ ਅਭਿਮਨਿਊ ਦੀ ਡੈਥ ਕਿਸ ਤਰ੍ਹਾਂ ਹੋਈ ਇਹ ਦਰਜ ਹੈ ਅਤੇ ਦੂਜੇ ਹਿੱਸੇ ਵਿੱਚ ਉਸ ਦੇ ਪਿਤਾ ਅਰਜੁਨ ਵੱਲੋਂ ਉਸ ਦੀ ਡੈਥ ਦਾ ਬਦਲਾ ਕਿੱਦਾਂ ਲਿਆ ਗਿਆ ਇਹ ਵੀ ਨਾਲ ਦਿਖਾਇਆ ਗਿਆ ਹੈ। ਹਾਊ ਡਜ਼ ਅਰਜੁਨ ਸੈਟਲ ਸਕੋਰਸ। ਅਰਜੁਨ ਇਹ ਹਿਸਾਬ ਕਿਤਾਬ ਕਿਸ ਤਰ੍ਹਾਂ ਚੁਕਤਾ ਕਰਦਾ ਹੈ, ਆਓ ਪੜ੍ਹੀਏ। ਵਨ ਭੀਸ਼ਮ ਫੈਲ, ਜਦੋਂ ਲੜਾਈ ਕਰਦੇ ਹੋਏ ਕੌਰਵਾਂ ਦਾ ਪ੍ਰਧਾਨ ਸੈਨਾਪਤੀ ਭੀਸ਼ਮ ਜ਼ਖਮੀ ਹੋ ਕੇ ਗਿਰ ਗਿਆ, ਕਰਨਾ ਵਾਸ ਚੋਜ਼ਨ ਟੂ ਟੇਕ ਹਿਸ ਪਲੇਸ ਐਜ਼ ਦ ਕਮਾਂਡਰ ਇਨ ਚੀਫ ਆਫ ਦ ਕੌਰਵ ਆਰਮੀ। ਤਾਂ ਕਰਨ ਨੂੰ ਉਸ ਦੀ ਜਗ੍ਹਾ ਤੇ ਕੌਰਵ ਸੈਨਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕਰਨ ਦਾ ਫੈਸਲਾ ਲਿਆ ਗਿਆ। ਬਟ ਹੀ ਡਿਕਲਾਈਨਡ ਦ ਆਫਰ ਇਨ ਫੇਵਰ ਆਫ ਦਰੋਨਾ। ਪਰ ਕਰਨ ਨੇ ਇਹ ਆਫਰ ਲੈਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਦਰੋਨਾ ਮੇਰੇ ਤੋਂ ਵੱਡੇ ਹਨ ਤੇ ਮੋਰ ਐਕਸਪੀਰੀਅੰਸਡ ਹਨ, ਹੂ ਵਾਸ 올ਡਰ ਐਂਡ ਮੋਰ ਐਕਸਪੀਰੀਅੰਸਡ। ਦੁਰਯੋਧਨ ਰਿਕੁਐਸਟਡ ਦਰੋਨਾ। ਦੁਰਯੋਧਨ ਨੇ ਦਰੋਣ ਨੂੰ ਬੇਨਤੀ ਕੀਤੀ ਟੂ ਪਲਾਨ ਦ ਵਾਰ ਸਟ੍ਰੈਟੇਜੀ, ਕਿ ਉਹ ਯੁੱਧ ਨੀਤੀ ਦੀ ਯੋਜਨਾ ਬਣਾਏ ਇਨ ਸੱਚ ਅ ਵੇ, ਇਸ ਤਰ੍ਹਾਂ ਬਣਾਏ that ਯੁਧਿਸ਼ਟਰ might be arrested, ਕਿ ਯੁਧਿਸ਼ਟਰ ਨੂੰ ਬੰਦੀ ਬਣਾਇਆ ਜਾ ਸਕੇ। on the 11th day of the war, ਮਹਾਭਾਰਤ ਦੇ ਯੁੱਧ ਦੇ 11ਵੇਂ ਦਿਨ ਦਰੋਣਾ went to the battlefield determined to capture ਯੁਧਿਸ਼ਟਰ। ਗੁਰੂ ਦਰੋਣ ਜੰਗ ਦੇ ਮੈਦਾਨ ਵਿੱਚ ਯੁਧਿਸ਼ਟਰ ਨੂੰ ਬੰਦੀ ਬਣਾਉਣ ਲਈ ਉਤਰਿਆ। ਅਰਜੁਨ was informed about the intentions of ਦਰੋਣਾ। ਅਰਜੁਨ ਨੂੰ ਵੀ ਦਰੋਣਾ ਦੇ ਇਰਾਦਿਆਂ ਦਾ ਪਤਾ ਚੱਲ ਗਿਆ and he was fully cautious, ਅਤੇ ਉਹ ਪੂਰੀ ਤਰ੍ਹਾਂ ਸੁਚੇਤ ਸੀ। In order to engage Arjun away from Yudhishthir, Susharma's son launched a mighty and reckless attack on Arjun. ਅਰਜੁਨ ਨੂੰ ਯੁਧਿਸ਼ਠਰ ਤੋਂ ਦੂਰ ਕਰਨ ਲਈ ਸੁਸ਼ਰਮਾ ਦੇ ਪੁੱਤਰਾਂ ਨੇ ਅਰਜੁਨ ਦੇ ਉੱਤੇ ਇੱਕ ਬਹੁਤ ਹੀ ਘਾਤਕ ਅਟੈਕ ਕੀਤਾ। ਅਰਜੁਨ that day fought on two fronts. ਅਰਜੁਨ ਉਸ ਦਿਨ ਦੋ ਪਾਸਿਓਂ ਲੜਿਆ। His attention and energy were divided. ਉਸ ਦਾ ਧਿਆਨ ਅਤੇ ਊਰਜਾ ਵੰਡੀ ਗਈ ਸੀ। The enemy made a desperate attack to Arjuna to keep him engaged. ਦੁਸ਼ਮਣ ਨੇ ਅਰਜੁਨ ਤੇ ਬਹੁਤ ਹੀ ਘਾਤਕ ਵਾਰ ਕੀਤਾ ਸੀ ਤਾਂ ਕਿ ਉਸ ਨੂੰ ਬਿਜ਼ੀ ਰੱਖਿਆ ਜਾ ਸਕੇ। ਅਰਜੁਨ found it difficult to divert his attention from the daring attack. ਅਰਜੁਨ ਲਈ ਇਸ ਘਾਤਕ ਅਟੈਕ ਤੋਂ ਆਪਣਾ ਧਿਆਨ ਹਟਾਉਣਾ ਬਹੁਤ ਔਖਾ ਸੀ। ਦਰੋਣਾ took advantage of this situation. ਦਰੋਣਾ ਨੇ ਇਸ ਸਿਚੁਏਸ਼ਨ ਦਾ ਲਾਭ ਉਠਾਇਆ and made a most determined attempt to capture ਯੁਧਿਸ਼ਠਰ, ਤੇ ਪੂਰੇ ਇਰਾਦੇ ਨਾਲ ਯੁਧਿਸ਼ਠਰ ਨੂੰ ਬੰਦੀ ਬਣਾਉਣ ਲਈ ਉਸਨੇ ਵਾਰ ਕੀਤਾ। As this crucial time Bhima came to the rescue of his elder brother. ਇਸ ਖਾਸ ਮੌਕੇ ਭੀਮਾ ਆਪਣੇ ਵੱਡੇ ਬ੍ਰਦਰ ਯੁਧਿਸ਼ਠਰ ਦੇ ਬਚਾਅ ਲਈ ਅੱਗੇ ਆਇਆ। Somehow, ਕੁਝ ਹੱਦ ਤੱਕ the day was saved by the Pandavas, ਕਿ ਪਾਂਡਵਾਂ ਦੁਆਰਾ ਕੁਝ ਹੱਦ ਤੱਕ ਉਸ ਦਿਨ ਨੂੰ ਬਚਾ ਲਿਆ ਗਿਆ। On the 13th day of the battle, ਯੁੱਧ ਦੇ 13ਵੇਂ ਦਿਨ ਅਰਜੁਨ decided to bring the attack of his enemies to an end. ਅਰਜੁਨ ਨੇ ਫੈਸਲਾ ਕੀਤਾ ਕਿ ਉਹ ਆਪਣੇ ਦੁਸ਼ਮਣਾਂ ਦੇ ਇਸ ਅਟੈਕ ਦਾ ਐਂਡ ਕਰ ਦੇਗਾ। ਅਰਜੁਨ therefore requested Krishna to drive his chariot to the place where Susharma's son had assembled. ਚੈਰੀਅਟ ਹੁੰਦਾ ਰੱਥ। ਅਰਜੁਨ ਨੇ ਕ੍ਰਿਸ਼ਨ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਰੱਥ ਨੂੰ ਉੱਥੇ ਲੈ ਜੇ ਜਿੱਥੇ ਸੁਸ਼ਰਮਾ ਦੇ ਪੁੱਤਰ ਇਕੱਠੇ ਹੋਏ ਹਨ। While Arjun went to fight them, ਜਦੋਂ ਅਰਜੁਨ ਉਹਨਾਂ ਨਾਲ ਲੜਨ ਗਿਆ, ਦਰੋਣਾ engaged his army in the shape of a wheel. ਦਰੋਣਾ ਨੇ ਆਪਣੀ ਆਰਮੀ ਨੂੰ ਇੱਕ ਚੱਕਰ ਦੇ ਰੂਪ ਵਿੱਚ ਸੁਸੱਜਿਤ ਕਰ ਲਿਆ। This was known as ਚੱਕਰਵਿਊਹ। ਲੜਾਈ ਦੀ ਇਸ ਟੈਕਨੀਕ ਨੂੰ ਚੱਕਰਵਿਊਹ ਕਿਹਾ ਜਾਂਦਾ ਸੀ। Only Arjun, Krishna, Pradyuman and Abhimanyu know how to pierce through it. ਸਿਰਫ ਅਰਜੁਨ, ਕ੍ਰਿਸ਼ਨਾ, ਪ੍ਰਦਿਉਮਨ ਅਤੇ ਅਭਿਮਨਿਊ ਹੀ ਜਾਣਦੇ ਸਨ ਕਿ ਇਸ ਨੂੰ ਵੇਂਦਦੇ ਹੋਏ ਕਿੱਦਾਂ ਇਸ ਵਿੱਚ ਪ੍ਰਵੇਸ਼ ਕਰਨਾ ਹੈ। Since Arjun and Pradyuman were fighting far away and Krishna would not fight, ਕਿ ਜਦੋਂ ਅਰਜੁਨ ਅਤੇ ਪ੍ਰਦਿਉਮਨ ਬਹੁਤ ਦੂਰ ਲੜ ਰਹੇ ਸਨ ਅਤੇ ਕ੍ਰਿਸ਼ਨਾ ਨੇ ਇਸ ਲੜਾਈ ਵਿੱਚ ਨਾ ਲੜਨ ਦੀ ਸ਼ਪਥ ਉਠਾਈ ਸੀ, ਦਰੋਣਾ tried to entrap ਯੁਧਿਸ਼ਠਰ। ਦਰੋਣਾ ਨੇ ਯੁਧਿਸ਼ਠਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਯੁਧਿਸ਼ਠਰ called Abhimanyu and asked him if he would be of any help at this moment. ਯੁਧਿਸ਼ਠਰ ਨੇ ਅਭਿਮਨਿਊ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ ਕਿ ਉਹ ਇਸ ਮੌਕੇ ਕੋਈ ਹੈਲਪ ਕਰ ਸਕਦਾ ਹੈ।
a brave young boy bubbling with enthusiasm, Abhimanyu immediately agreed to lead the army and pierce through the Chakravyuh. ਉਹ ਬਹਾਦਰ ਨੌਜਵਾਨ ਅਭਿਮਨਿਊ ਜੋਸ਼ ਦੇ ਨਾਲ ਉਛਲਦਾ ਹੋਇਆ ਇੱਕਦਮ ਰਾਜ਼ੀ ਹੋ ਗਿਆ ਉਸ ਫੌਜ ਦੀ ਅਗਵਾਈ ਕਰਨ ਨੂੰ ਅਤੇ ਚੱਕਰਵਿਊਹ ਨੂੰ ਤੋੜਨ ਲਈ। ਅਭਿਮਨਿਊ knew only the art of entering the Chakravyuh. ਅਭਿਮਨਿਊ ਨੂੰ ਸਿਰਫ ਉਸ ਚੱਕਰਵਿਊਹ ਦੇ ਵਿੱਚ ਪ੍ਰਵੇਸ਼ ਕਰਨ ਦੀ ਕਲਾ ਦਾ ਹੀ ਪਤਾ ਸੀ, but he knew nothing about carving his way out of it. ਪਰ ਉਸ ਨੂੰ ਇਹ ਬਿਲਕੁਲ ਨਹੀਂ ਪਤਾ ਸੀ ਕਿ ਇਸ ਵਿੱਚੋਂ ਦੀ ਹੁੰਦੇ ਹੋਏ ਬਾਹਰ ਕਿੱਦਾਂ ਨਿਕਲਣਾ ਹੈ। ਅਭਿਮਨਿਊ immediately asked his charioteer to drive towards the Chakravyuh at the gate of which Drona was standing. ਅਭਿਮਨਿਊ ਨੇ ਇੱਕਦਮ ਆਪਣੇ ਸਾਰਥੀ ਨੂੰ ਕਿਹਾ ਕਿ ਉਹ ਚੱਕਰਵਿਊਹ ਵਿੱਚ ਉਸ ਜਗ੍ਹਾ ਤੋਂ ਪ੍ਰਵੇਸ਼ ਕਰੇ ਜਿੱਥੇ ਦਰੋਣਾ ਖੜਾ ਹੋਇਆ ਹੈ। ਯੁਧਿਸ਼ਠਰ sent others to help ਅਭਿਮਨਿਊ। ਯੁਧਿਸ਼ਠਰ ਨੇ ਹੋਰਾਂ ਨੂੰ ਵੀ ਭੇਜਿਆ ਅਭਿਮਨਿਊ ਦੀ ਹੈਲਪ ਕਰਨ ਲਈ। The young lad pounced upon the enemies with great fury and broke the rings of the Chakravyuh. ਉਹ ਨੌਜਵਾਨ ਲੜਕਾ ਦੁਸ਼ਮਣਾਂ ਤੇ ਪੂਰੇ ਗੁੱਸੇ ਨਾਲ ਝਪਟਿਆ ਅਤੇ ਉਸਨੇ ਚੱਕਰਵਿਊਹ ਦੇ ਕਈ ਚੱਕਰਾਂ ਨੂੰ ਤੋੜ ਦਿੱਤਾ। He pierced through the rings one after another. ਉਹ ਚੱਕਰਵਿਊਹ ਦੇ ਚੱਕਰਾਂ ਨੂੰ ਇੱਕ ਤੋਂ ਬਾਅਦ ਇੱਕ ਤੋੜੀ ਜਾ ਰਿਹਾ ਸੀ। No sooner had he entered the Chakravyuh than the Kauravs surrounded him and stopped the other warriors of the Pandav army from reaching the place where Abhimanyu was fighting alone. ਕਿ ਜਿਵੇਂ ਹੀ ਅਭਿਮਨਿਊ ਉਹਨਾਂ ਚੱਕਰਾਂ ਨੂੰ ਤੋੜ ਕੇ ਅੱਗੇ ਵੱਧਦਾ ਜਾਂਦਾ ਤਾਂ ਕੌਰਵ ਉਸ ਨੂੰ ਘੇਰਾ ਪਾ ਲੈਂਦੇ ਅਤੇ ਹੋਰ ਦੂਜੇ ਯੋਧਿਆਂ ਨੂੰ ਉਸ ਜਗ੍ਹਾ ਤੇ ਪਹੁੰਚਣ ਤੇ ਰੋਕ ਦਿੰਦੇ ਜਿੱਥੇ ਅਭਿਮਨਿਊ ਇਕੱਲਾ ਲੜ ਰਿਹਾ ਸੀ। Surrounded from all sides by such eminent warriors as Drona, Karna, Duryodhan, Dushasan and Jayadratha, Abhimanyu, without the least sign of nervousness, fought with incredible courage and skill. ਇੰਨੇ ਸਾਰੇ ਮਹਾਰਥੀ ਦਰੋਣ, ਕਰਨ, ਦੁਰਯੋਧਨ, ਦੁਸ਼ਾਸਨ ਅਤੇ ਜੈਦਰਥ ਦੇ ਵਿਚਕਾਰ ਘਿਰੇ ਹੋਏ ਅਭਿਮਨਿਊ ਨੇ ਜਰਾ ਜਿੰਨੀ ਵੀ ਘਬਰਾਹਟ ਨਹੀਂ ਦਿਖਾਈ। Fought with incredible courage and skill, ਅਤੇ ਉਹ ਬਹੁਤ ਅਦਭੁਤ ਸਾਹਸ ਅਤੇ ਨਿਪੁੰਨਤਾ ਦੇ ਨਾਲ ਲੜਿਆ। The Kaurav warriors found it difficult to subdue the lonely Abhimanyu. ਸਾਰੇ ਕੌਰਵ ਯੋਧਿਆਂ ਲਈ ਬੜਾ ਔਖਾ ਹੋ ਗਿਆ ਸੀ ਕਿ ਇਕੱਲੇ ਅਭਿਮਨਿਊ ਨੂੰ ਹਰਾਣਾ। At last they thought of disarming him first. ਅਖੀਰ ਉਹਨਾਂ ਨੇ ਸੋਚਿਆ ਕਿ ਪਹਿਲਾਂ ਇਸ ਨੂੰ ਨਿਸ਼ਸਤਰ ਕੀਤਾ ਜਾਵੇ, ਭਾਵ ਹਥਿਆਰਾਂ ਤੋਂ ਬਿਨਾਂ ਕੀਤਾ ਜਾਵੇ। His bow was cut into pieces. ਉਸ ਦੇ ਕਮਾਨ ਦੇ ਟੁਕੜੇ ਕਰ ਦਿੱਤੇ ਗਏ। His sword was broken. ਉਸ ਦੀ ਤਲਵਾਰ ਤੋੜ ਦਿੱਤੀ ਗਈ। And his club was shattered. Club जिसको हम हिंदी में गदा बोलते हैं, गदा नोट गधा, गदा ਤੇ ਪੰਜਾਬੀ ਵਿੱਚ ਇਸ ਨੂੰ ਠੋਲਾ ਕਿਹਾ ਜਾਂਦਾ ਹੈ। ਉਸ ਦਾ ਇਹ ਕਲੱਬ ਵੀ ਉਸ ਦੇ ਹੱਥੋਂ ਛੁੱਟ ਗਿਆ। Now left with no weapon. ਹੁਣ ਉਹ ਨਿਸ਼ਸਤਰ ਹੋ ਗਿਆ ਸੀ, ਉਹਦੇ ਹੱਥ ਵਿੱਚ ਕੋਈ ਵੈਪਨ ਨਹੀਂ ਸੀ। He fought with the wheel of his chariot. ਉਹ ਆਪਣੇ ਰੱਥ ਦੇ ਚੱਕਰ ਦੇ ਨਾਲ ਲੜਿਆ। At last the wheel was also torn into pieces. ਅਖੀਰ ਉਸ ਚੱਕਰ ਨੂੰ ਵੀ ਤੋੜ ਦਿੱਤਾ ਗਿਆ। Unarmed as he was, ਨਿਹੱਥਾ ਜਿੱਦਾਂ ਕਿ ਉਹ ਸੀ, the Kaurav warriors killed him. ਕੌਰਵ ਦੇ ਯੋਧਿਆਂ ਨੇ ਉਸ ਨੂੰ ਮਾਰ ਦਿੱਤਾ। The most cruel, unprincipled and decisive blow was given by Jayadratha. ਬਹੁਤ ਜ਼ਿਆਦਾ ਜ਼ਾਲਮਾਨਾ, ਅਸਦਾਂਤਿਕ ਅਤੇ ਧੋਖੇ ਦੇ ਨਾਲ ਸਭ ਤੋਂ ਜ਼ਿਆਦਾ ਉਸ ਨੂੰ ਜੈਦਰਥ ਨੇ ਮਾਰਿਆ ਸੀ। The king of the Sindhus, ਜੋ ਕਿ ਸਿੰਧੂ ਦੇਸ਼ ਦਾ ਰਾਜਾ ਸੀ, and the husband of Duryodhan's sister, ਅਤੇ ਦੁਰਯੋਧਨ ਦੀ ਭੈਣ ਦਾ ਹਸਬੈਂਡ ਸੀ। The sun set, ਸੂਰਜ ਛਿਪ ਗਿਆ। Truce was announced, ਯੁੱਧ ਵਿਰਾਮ ਦੀ ਘੋਸ਼ਣਾ ਹੋ ਗਈ। All the warriors returned to their camps, ਸਾਰੇ ਯੋਧੇ ਆਪਣੇ ਆਪਣੇ ਕੈਂਪਾਂ ਵਿੱਚ ਪਹੁੰਚ ਗਏ। ਅਰਜੁਨ also came back after destroying Susharma's sons. ਅਰਜੁਨ ਵੀ ਸੁਸ਼ਰਮਾ ਦੇ ਬੱਚਿਆਂ ਨੂੰ ਖਤਮ ਕਰਕੇ ਆ ਗਿਆ ਸੀ। When the dead body of Abhimanyu with the limbs severed from the trunk was brought, ਜਦੋਂ ਅਭਿਮਨਿਊ ਦੀ ਬੋਡੀ ਜਿਸ ਦਾ ਕਿ ਸਿਰ ਧੜ ਨਾਲੋਂ ਅਲੱਗ ਹੋਇਆ ਸੀ was brought ਲਿਆਂਦੀ ਗਈ, there were heart piercing cries in the Pandav camp, ਤਾਂ ਦਿਲ ਨੂੰ ਵੇਦਣ ਵਾਲੀਆਂ ਚੀਕਾਂ ਪਾਂਡਵ ਦੇ ਕੈਂਪ ਵਿੱਚ ਸੁਣੀਆਂ ਗਈਆਂ। ਅਰਜੁਨ wept bitterly, ਅਰਜੁਨ ਫੁੱਟ ਕੇ ਰੋਣ ਲੱਗ ਪਿਆ। So did other Pandavs and Krishna, ਇਸੇ ਤਰ੍ਹਾਂ ਹੀ ਪਾਂਡਵ ਅਤੇ ਕ੍ਰਿਸ਼ਨ ਵੀ ਰੋਣ ਲੱਗ ਪਏ। ਅਰਜੁਨ came to know that in the death of his son, the most unscrupulous and mischievous role was played by Jayadratha. ਅਰਜੁਨ ਨੂੰ ਜਦੋਂ ਪਤਾ ਚੱਲਿਆ ਕਿ ਉਸ ਦੇ ਬੇਟੇ ਦੀ
ਦੀ ਮੌਤ ਦੇ ਵਿੱਚ ਸਭ ਤੋਂ ਜ਼ਿਆਦਾ ਅਨੈਤਿਕ ਅਤੇ ਸਭ ਤੋਂ ਜ਼ਿਆਦਾ ਘਟੀਆ ਰੋਲ ਜੈਦਰਥ ਨੇ ਅਦਾ ਕੀਤਾ ਹੈ। He took a vow ਹੁੰਦਾ ਕਸਮ ਖਾਦੀ। ਸੋ ਉਸਨੇ ਇੱਕ ਪ੍ਰਣ ਲਿਆ to kill ਜੈਦਰਥ next day by sunset or die himself, ਕਿ ਉਹ ਅਗਲੇ ਦਿਨ ਸੂਰਜ ਦੇ ਛਿਪਣ ਤੋਂ ਪਹਿਲਾਂ ਜੈਦਰਥ ਨੂੰ ਮਾਰ ਦੇਗਾ। ਜੇ ਉਹ ਨਾ ਕਰ ਸਕਿਆ ਤੇ ਉਹ ਆਪਣੇ ਆਪ ਨੂੰ ਮਾਰ ਲੇਗਾ। When Jayadratha and the Kauravas knew about the vow of Arjun, there was panic in the Kauravas camp। ਜਦੋਂ ਜੈਦਰਥ ਅਤੇ ਕੌਰਵਾਂ ਨੇ ਸੁਣਿਆ ਕਿ ਅਰਜੁਨ ਨੇ ਇਹ ਸ਼ਪਥ ਲਈ ਹੈ ਕਿ ਉਹ ਜੈਦਰਥ ਨੂੰ ਮਾਰ ਦੇਗਾ ਤਾਂ ਕੌਰਵਾਂ ਦੇ ਕੈਂਪ ਵਿੱਚ ਡਰ ਦੀ ਲਹਿਰ ਦੌੜ ਪਈ। ਜੈਦਰਥ was so terror stricken that he wanted to run away। ਜੈਦਰਥ ਇੰਨਾ ਭੈਭੀਤ ਹੋ ਗਿਆ ਸੀ ਕਿ ਉਹ ਭੱਜ ਜਾਣਾ ਚਾਹੁੰਦਾ ਸੀ। ਦੁਰਯੋਧਨ assured him all protection। ਦੁਰਯੋਧਨ ਨੇ ਉਸ ਨੂੰ ਪੂਰੀ ਪ੍ਰੋਟੈਕਸ਼ਨ ਦੇਣ ਦਾ ਭਰੋਸਾ ਦਿਵਾਇਆ। He made it clear that the entire forces of the Kauravas would be dedicated to protect Jayadratha that day। ਉਸਨੇ ਜੈਦਰਥ ਨੂੰ ਇਹ ਸਾਫ਼ ਕੀਤਾ ਕਿ ਕੌਰਵਾਂ ਦੀ ਸਾਰੀ ਸੈਨਾ ਜੈਦਰਥ ਨੂੰ ਉਸ ਦਿਨ ਖਾਸ ਕਰਕੇ ਪ੍ਰੋਟੈਕਟ ਕਰੇਗੀ। If they succeeded in protecting Jayadratha that day, ਜੇ ਕੌਰਵ ਉਸ ਦਿਨ ਜੈਦਰਥ ਨੂੰ ਸੁਰੱਖਿਆ ਦੇਣ ਵਿੱਚ ਕਾਮਯਾਬ ਹੋ ਜਾਂਦੇ ਹਨ, ਅਰਜੁਨ would commit suicide। ਤਾਂ ਅਰਜੁਨ ਆਤਮ ਹੱਤਿਆ ਕਰ ਲੇਗਾ। This would mean a sure victory for the Kauravas in the war। ਤਾਂ ਇਸ ਨਾਲ ਕੌਰਵਾਂ ਦੀ ਇਸ ਯੁੱਧ ਵਿੱਚ ਜਿੱਤ ਯਕੀਨੀ ਹੋ ਜਾਣੀ ਸੀ। Consequently, ਨਤੀਜੇ ਵਜੋਂ ਜੈਦਰਥ was so surrounded and protected by the Kauravas that Arjun could never reach him। ਇਸ ਦੇ ਨਤੀਜੇ ਵਜੋਂ ਕੌਰਵਾਂ ਦੁਆਰਾ ਜੈਦਰਥ ਨੂੰ ਇੰਨਾ ਕੁ ਘੇਰਾ ਪਾ ਲਿਆ ਗਿਆ ਅਤੇ ਉਸ ਨੂੰ ਇੰਨੀ ਕੁ ਸੁਰੱਖਿਆ ਪ੍ਰੋਵਾਈਡ ਕਰ ਦਿੱਤੀ ਗਈ ਤਾਂ ਕਿ ਅਰਜੁਨ ਉਸ ਕੋਲ ਕਦੀ ਵੀ ਪਹੁੰਚ ਹੀ ਨਾ ਸਕੇ। ਅਰਜੁਨ fiercely attacked the Kauravas that day। ਅਰਜੁਨ ਨੇ ਉਸ ਦਿਨ ਕੌਰਵਾਂ ਉੱਤੇ ਭਿਆਨਕ ਹਮਲਾ ਕਰ ਦਿੱਤਾ। He pierced through the Kaurav army through the lines of their elephants। ਉਹ ਕੌਰਵ ਸੈਨਾ ਦੀਆਂ ਹਾਥੀਆਂ ਵਾਲੀਆਂ ਕਤਾਰਾਂ ਨੂੰ ਵੀ ਵੇਂਦਦਾ ਹੋਇਆ ਚਲਾ ਗਿਆ। Warriors of the Kauravas ran to and fro in great confusion। ਕੌਰਵਾਂ ਦੇ ਯੋਧੇ ਇੱਧਰ ਉੱਧਰ ਬੜੀ ਕਨਫਿਊਜ਼ਨ ਚ ਫਿਰਨ ਲੱਗ ਪਏ। To and fro ਹੁੰਦਾ ਇੱਧਰ ਉੱਧਰ। With wholehearted devotion to the cause of finding out Jayadratha, Arjun advanced ahead। ਜੈਦਰਥ ਨੂੰ ਲੱਭਣ ਦੇ ਪੂਰੇ ਦਿਲੀ ਸਮਰਪਣ ਦੇ ਨਾਲ ਅਰਜੁਨ ਅੱਗੇ ਵੱਧਦਾ ਗਿਆ। He met with tough resistance at every step। ਉਸ ਨੂੰ ਹਰ ਕਦਮ ਤੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। He was upset because of the impregnable opposition of the Kauravas। ਅਰਜੁਨ ਬਹੁਤ ਨਿਰਾਸ਼ ਹੋ ਗਿਆ ਕੌਰਵਾਂ ਦੀ ਇਸ ਅਭੇਦ ਵਿਰੋਧਤਾ ਨੂੰ ਦੇਖ ਕੇ। With very great difficulty, he managed to pierce through the heart of the army। ਬੜੀ ਮੁਸ਼ਕਲ ਦੇ ਨਾਲ ਉਹ ਉਸ ਆਰਮੀ ਦੇ ਸੈਂਟਰਲ ਪਾਰਟ ਦੇ ਵਿੱਚੋਂ ਲੰਘਣ 'ਚ ਕਾਮਯਾਬ ਹੋ ਗਿਆ। But suddenly ਦੁਰਯੋਧਨ sprang up and challenged him to a duel। ਪਰ ਅਚਾਨਕ ਉਸ ਦੇ ਰਸਤੇ ਵਿੱਚ ਦੁਰਯੋਧਨ ਉਛਲ ਕੇ ਆ ਗਿਆ ਅਤੇ ਉਸ ਨੂੰ ਦਵੰਦ ਯੁੱਧ ਲਈ ਚੈਲੰਜ ਕੀਤਾ। ਭਾਵ ਉਹ ਯੁੱਧ ਜੋ ਦੋ ਜਣਿਆਂ ਦੇ ਵਿਚਕਾਰ ਲੜਿਆ ਜਾਂਦਾ ਹੈ। ਅਰਜੁਨ ਮੇਡ ਰਿਪੀਟਡ ਅਟੈਕਸ ਔਨ ਦੁਰਯੋਧਨ। ਅਰਜੁਨ ਨੇ ਦੁਰਯੋਧਨ ਉੱਤੇ ਵਾਰ-ਵਾਰ ਅਟੈਕ ਕੀਤੇ। ਬਟ ਇਟ ਅਪੀਅਰ ਟੂ ਹਿਮ that his arrows had lost effectiveness। ਪਰ ਇਦਾਂ ਪ੍ਰਤੀਤ ਹੋ ਰਿਹਾ ਸੀ ਕਿ ਜਿੱਦਾਂ ਉਸਦੇ ਤੀਰ ਆਪਣਾ ਪ੍ਰਭਾਵ ਗਵਾ ਚੁੱਕੇ ਹੋਣ। The fact was that ਦੁਰਯੋਧਨ was fighting with the magic armor on his body। ਇਸ ਦਾ ਕਾਰਨ ਇਹ ਵੀ ਸੀ ਕਿ ਦੁਰਯੋਧਨ ਉਸ ਦਿਨ ਆਪਣੀ ਬੋਡੀ ਤੇ ਇੱਕ ਜਾਦੂਈ ਕਵਚ ਪਹਿਨ ਕੇ ਲੜ ਰਿਹਾ ਸੀ। He then started aiming his arrows at the unprotected limbs of ਦੁਰਯੋਧਨ। ਫਿਰ ਅਰਜੁਨ ਨੇ ਆਪਣੇ ਤੀਰਾਂ ਦਾ ਨਿਸ਼ਾਨਾ ਉਹਨਾਂ ਸਰੀਰ ਦੇ ਅੰਗਾਂ ਤੇ ਲਗਾਇਆ ਜੋ ਕਿ ਟਕੇ ਨਹੀਂ ਹੋਏ ਸਨ। ਦੁਰਯੋਧਨ was soon exhausted। ਦੁਰਯੋਧਨ ਜਲਦੀ ਹੀ ਥੱਕ ਗਿਆ। It was the time when the shades of evening started spreading over the battlefield। ਹੁਣ ਇਹ ਉਹ ਸਮਾਂ ਸੀ ਜਦੋਂ ਸ਼ਾਮ ਦੇ ਪਰਛਾਵੇਂ ਜੰਗ ਦੇ ਮੈਦਾਨ ਵਿੱਚ ਪੈਣੇ ਸ਼ੁਰੂ ਹੋ ਗਏ। ਅਰਜੁਨ was aware of the time of truce। ਅਰਜੁਨ ਨੂੰ ਯੁੱਧ ਵਿਰਾਮ ਦੇ ਟਾਈਮ ਬਾਰੇ ਜਾਣਕਾਰੀ ਸੀ। ਕ੍ਰਿਸ਼ਨਾ was watching everything carefully। ਕ੍ਰਿਸ਼ਨਾ ਹਰ ਚੀਜ਼ ਨੂੰ ਬੜੀ ਸਾਵਧਾਨੀ ਨਾਲ ਦੇਖ ਰਿਹਾ ਸੀ। He knew that the sun was to set soon। ਉਹਨੂੰ ਪਤਾ ਸੀ ਕਿ ਸੂਰਜ ਜਲਦੀ ਹੀ ਛੁਪਣ ਵਾਲਾ ਸੀ। But before the hour of sunset drew near, ਪਰ ਇਸ ਤੋਂ ਪਹਿਲਾਂ ਕਿ ਸੂਰਜ ਦੇ ਛਿਪਣ ਦਾ ਸਮਾਂ ਨੇੜੇ ਆਵੇ, ਕ੍ਰਿਸ਼ਨਾ with the help of his
his power, Krishna ਨੇ ਆਪਣੀ ਸ਼ਕਤੀ ਦੀ ਮਦਦ ਨਾਲ covered the sun with a mist so thick that none could know when the sun set that day. ਕ੍ਰਿਸ਼ਨਾ ਨੇ ਸੂਰਜ ਨੂੰ ਐਸੇ ਗਾੜੇ ਧੂਏ ਦੇ ਨਾਲ ਢੱਕ ਦਿੱਤਾ ਜਿਹਦੇ ਨਾਲ ਕਿ ਕੋਈ ਵੀ ਸੂਰਜ ਨੂੰ ਦੇਖ ਨਹੀਂ ਸਕਿਆ, ਉਹਨਾਂ ਨੂੰ ਇਹ ਨਹੀਂ ਪਤਾ ਚੱਲ ਸਕਿਆ ਕਿ ਸੂਰਜ ਛਿਪ ਗਿਆ ਹੈ ਕਿ ਨਹੀਂ। The fighting continued, ਲੜਾਈ ਜਾਰੀ ਰਹੀ। With fresh courage and strength he jumped into the fray. Fray ਹੁੰਦੀ ਹੈ ਬੈਟਲ, ਲੜਾਈ। ਹੁਣ ਇੱਕ ਨਵੇਂ ਜੋਸ਼ ਅਤੇ ਤਾਕਤ ਦੇ ਨਾਲ ਉਹ ਲੜਾਈ ਦੇ ਮੈਦਾਨ ਵਿੱਚ ਕੁੱਦਿਆ and at last managed to reach the center of the army formation where Jayadratha hid in great terror. ਅਤੇ ਲੜਦੇ ਲੜਦੇ ਉਹ ਕਿਸੇ ਤਰ੍ਹਾਂ ਉਸ ਆਰਮੀ ਦੇ ਸੈਂਟਰਲ ਪਲੇਸ ਤੇ ਪਹੁੰਚ ਗਿਆ ਜਿੱਥੇ ਕਿ ਜੈਦਰਥ ਅਤਿਅੰਤ ਡਰ ਦੇ ਨਾਲ ਲੁਕਿਆ ਬੈਠਾ ਸੀ। Sighting Jayadratha there, ਜੈਦਰਥ ਨੂੰ ਉੱਥੇ ਦੇਖ ਕੇ ਅਰਜੁਨ shot his arrow with terrific speed. ਅਰਜੁਨ ਨੇ ਆਪਣੇ ਤੀਰ ਬਹੁਤ ਹੀ ਭਿਆਨਕ ਸਪੀਡ ਦੇ ਨਾਲ ਉਸ ਵੱਲ ਛੱਡੇ। They slashed the head of Jayadratha from his body. ਉਹਨਾਂ ਤੀਰਾਂ ਨੇ ਜੈਦਰਥ ਦੇ ਹੈਡ ਨੂੰ ਉਸ ਦੀ ਬੋਡੀ ਤੋਂ ਕੱਟ ਕਰ ਦਿੱਤਾ। Thus the death of Abhimanyu was avenged. ਇਸ ਤਰ੍ਹਾਂ ਅਭਿਮਨਿਊ ਦੀ ਮੌਤ ਦਾ ਬਦਲਾ ਲਿਆ ਗਿਆ and Arjun fulfilled his vow. ਅਤੇ ਅਰਜੁਨ ਨੇ ਆਪਣੀ ਸ਼ਪਥ ਪੂਰੀ ਕੀਤੀ। ਜੈਦਰਥ with all the care and protection given by the Kauravs. ਜੈਦਰਥ ਜਿਸ ਨੂੰ ਕਿ ਕੌਰਵਾਂ ਦੁਆਰਾ ਪੂਰੀ ਸਹੂਲੀਅਤ ਅਤੇ ਪ੍ਰੋਟੈਕਸ਼ਨ ਦਿੱਤੀ ਗਈ ਸੀ could not be saved. ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸੋ ਇਹ ਲੈਸਨ ਕਿੱਥੋਂ ਲਿਆ ਗਿਆ? An adaptation from the Mahabharata as retold by S.P. Srivastav, a reader at Rani Durgavati University, ਜਬਲਪੁਰ। ਕਿ ਇਹ ਲੈਸਨ ਰਾਣੀ ਦੁਰਗਾਵਤੀ ਯੂਨੀਵਰਸਿਟੀ ਜੋ ਕਿ ਜਬਲਪੁਰ ਵਿੱਚ ਹੈ ਉੱਥੋਂ ਦੇ ਇੱਕ ਰੀਡਰ S.B. ਸ੍ਰੀਵਾਸਤਵ ਜਿਸ ਨੇ ਕਿ ਮਹਾਭਾਰਤ ਨੂੰ ਆਪਣੇ ਸ਼ਬਦਾਂ ਵਿੱਚ ਦੁਬਾਰਾ ਦੱਸਿਆ ਤੇ ਉਸ ਦੀ ਉਸ ਲਿਖਤ ਦੇ ਵਿੱਚੋਂ ਇਹ ਚੈਪਟਰ ਲਿਆ ਗਿਆ ਹੈ। ਸੋ ਉਮੀਦ ਹੈ ਤੁਸੀਂ ਵੀ ਕਾਫੀ ਕੁਝ ਸਿੱਖਿਆ ਹੋਵੇਗਾ, ਕਾਫੀ ਨਵੇਂ-ਨਵੇਂ ਵਰਡਸ ਵੀ ਸਿੱਖਣ ਨੂੰ ਮਿਲੇ ਹੋਣਗੇ ਜਾਂ ਹੋਰ ਕਈ ਨਵੀਆਂ ਗੱਲਾਂ ਦਾ ਪਤਾ ਚੱਲਿਆ ਹੋਵੇਗਾ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਿਹਦੇ ਵਿੱਚ ਅਸੀਂ ਇਸ ਦੇ ਕੁਐਸਚਨ ਆਨਸਰ ਕਰਾਂਗੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਮੈਂ ਪਰਮਜੋਤ ਸਿੰਘ।